ਨਿਊਜ਼ 18 ਪੰਜਾਬ ਹਰਿਆਣਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ। 2 ਵਜੇ ਦੀ 5 ਬਿਗ ਬ੍ਰੇਕਿੰਗ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪੰਜਵੀਂ ਬਿਗ ਬ੍ਰੇਕਿੰਗ ਖਬਰ ਜਿਹੜੀ ਅਮਰੀਕਾ ਤੋਂ ਸਾਹਮਣੇ ਹੈ। ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ 4 ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਅਗਵਾ ਭਾਰਤੀਆਂ ਦੇ ਵਿੱਚ 8 ਮਹੀਨੇ ਦੀ ਇੱਕ ਬੱਚੀ ਵੀ ਸ਼ਾਮਿਲ ਹੈਗੀ ਹੈ। ਇਸ ਬੱਚੀ ਦੇ ਮਾਪਿਓ ਔਰ ਇਸ ਬੱਚੀ ਦੇ ਚਾਚਾ ਸਣੇ ਕੁੱਲ 4 ਲੋਕਾਂ ਨੂੰ ਅਗਵਾ ਕੀਤਾ ਗਿਆ ਹੈ। ਕੈਲੀਫੋਰਨੀਆ ਦੇ ਮਰਸਿਡ ਕਾਉਂਟੀ ਤੋਂ ਇਹਨਾਂ ਨੂੰ ਅਗਵਾ ਕੀਤਾ ਗਿਆ ਹੈ ਔਰ ਪੁਲਿਸ ਨੇ ਅਗਵਾ ਕਰਨ ਵਾਲੇ ਸ਼ੱਕੀ ਸ਼ਖਸ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਨੇ। 2 ਵਜੇ ਦੀ ਪੰਜਵੀਂ ਬਿਗ ਬ੍ਰੇਕਿੰਗ ਤੁਹਾਨੂੰ ਦੱਸ ਰਿਹਾ ਅਮਰੀਕਾ ਦੇ ਕੈਲੀਫੋਰਨੀਆ ਤੋਂ, ਜਿੱਥੇ ਮਰਸਿਡ ਕਾਉਂਟੀ ਤੋਂ 4 ਭਾਰਤੀਆਂ ਨੂੰ ਅਗਵਾ ਕੀਤਾ ਗਿਆ ਹੈ। ਇੱਕ 8 ਮਹੀਨੇ ਦੀ ਬੱਚੀ, ਉਸਦੇ ਮਾਪੇ ਤੇ ਉਸਦੇ ਚਾਚੇ ਦੇ ਨੂੰ ਜਿਹੜਾ ਹੈਗਾ ਅਗਵਾ ਕੀਤਾ ਗਿਆ ਹੈ ਤੇ ਸ਼ੱਕੀ ਦੀ ਤਸਵੀਰ ਜਿਹੜੀ ਹੈਗੀ ਹੈ ਸਰਜੀਕਲ ਮਾਸਕ ਪਾਏ ਹੋਏ ਸ਼ੱਕੀ ਸੀਸੀਟੀਵੀ ਵਿੱਚ ਕੈਦ ਹੋ ਗਿਆ। ਪੁਲਿਸ ਦੀ ਚੇਤਾਵਨੀ ਹੈ ਕੋਈ ਵੀ ਜਾਣਕਾਰੀ ਸਿੱਧੀ ਪੁਲਿਸ ਨੂੰ ਦਿੱਤੀ ਜਾਵੇ। ਅਪਰਾਧੀ ਦੇ ਕੋਲ ਘਾਤਕ ਹਥਿਆਰ ਹੋ ਸਕਦਾ ਹੈ। ਅਗਵਾ ਕੀਤੇ ਗਏ ਲੋਕਾਂ ਦੀ ਪਛਾਣ 36 ਸਾਲਾਂ ਜਸਦੀਪ ਸਿੰਘ, 27 ਸਾਲਾਂ ਜਸਲੀਨ ਕੌਰ ਦੇ ਤੌਰ ਤੇ ਹੋਈ ਹੈ। ਉਹਨਾਂ ਦੀ 8 ਮਹੀਨੇ ਦੀ ਬੱਚੀ ਆਰੂਹੀ ਵੀ ਹੈ ਤੇ ਇਸ ਤੋਂ ਇਲਾਵਾ ਅਗਵਾ ਹੋਏ ਚੌਥੇ ਸ਼ਖਸ ਦੀ ਪਛਾਣ 39 ਸਾਲਾਂ ਦੇ ਅਮਨਦੀਪ ਸਿੰਘ ਦੇ ਵਜੋਂ ਕੀਤੀ ਗਈ ਹੈ। 4 ਭਾਰਤੀ ਅਗਵਾ ਕੀਤੇ ਗਏ ਨੇ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਮਰਸਿਡ ਕਾਉਂਟੀ ਤੋਂ 4 ਭਾਰਤੀਆਂ ਦੇ ਅਗਵਾ ਕਰਨ ਦਾ ਇਹ ਮਾਮਲਾ ਸਾਹਮਣੇ ਆਇਆ ਹੈ। We have a lowlife out there that kidnapped an 8-month-old baby, her mom, her dad, and her uncle. So far, we have no idea why the kidnapping. We have no motivation behind it. We just know that they are gone. We've got evidence to indicate that the individuals involved in this destroyed evidence in an attempt to मेरे सहयोगी शैलेंद्र वांगू इस वेले फोन लाइन से मेरे नाल जुड़ रहे हैं। शैलेंद्र, 4 भारतीयों के अगवा किए जाने का मामला और अमेरिका के कैलिफोर्निया के मर्सिड काउंटी से फिलहाल क्या अपडेट मिल पा रही है आपको? देखिए, जो हम लास्ट अपडेट देख पा रहे हैं मर्सिड काउंटी शेरिफ के ऑफिस से, जिसमें तस्वीरें जारी की गई हैं सस्पेक्ट की, और बताया जा रहा है ये लाइट कॉम्प्लेक्शन का आदमी है और इसके सर पे बाल नहीं है, शेव किया हुआ हेड है और उसको आखिरी बार हुडी पहने हुए देखा गया था और माना जा रहा है कि ये सस्पेक्ट हो सकता है और ये भी माना जा रहा है कि ये हथियारबंद यानी कि आर्म्ड हो सकता है और खतरनाक हो सकता है। ऐसे में लोगों को कहा गया है कि अगर आप विक्टिम्स को या फिर जो एक्यूज है उसको अगर आप देखते हैं तो उसको उनकी तरफ अप्रोच ना करें, वो घातक हो सकता है। और ऐसे में 911 पे इन्फॉर्म करने के लिए कहा गया है लोगों को। लेकिन अभी तक ये साफ नहीं हो पाया कि आखिर इस किडनैपिंग का मकसद क्या है, जिसमें एक 8 महीने का बच्चा भी शामिल है। आपको हालांकि ये बता दें कि पुलिस की तरफ से जो वर्जन आ रहा है उसमें कहा गया है कि जो किडनैपिंग हुई है उसके बाद रैंसम की कोई वसूली की कोई मांग नहीं की गई है किडनैपर की तरफ से। लेकिन फिलहाल एक बड़े एरिया में तलाश जारी है ताकि इनको ट्रेस किया जा सके, लेकिन अभी तक अब इनका ट्रेस नहीं हो पाया है। बहुत बहुत शुक्रिया शैलेंद्र इस तमाम जानकारी के लिए। शैलेंद्र वांगू मेरे सहयोगी जानकारी दे रहे सन। फिलहाल कोशिश जी है जरूर की जा रही है, पर पुलिस ने जोड़ा है नाल ही चेतावनी भी जारी की आम लोगों के लिए कि जेकर किते भी वो विक्टिम या एक्यूज ਨੂੰ ਦੇਖਦੇ ਨੇ ਤਾਂ ਉਸਤੇ ਕੋਲ ਜਾਣ ਦੀ ਕੋਸ਼ਿਸ਼ ਨਾ ਕਰਨ, ਖਤਰਨਾਕ ਹੋ ਸਕਦਾ ਹੈ। ਹਾਲਾਂਕਿ ਹੁਣ ਤੱਕ ਕੋਈ ਰੈਂਸਮ ਦੇ ਲਈ ਯਾਨੀ ਫਿਰੌਤੀ ਦੇ ਲਈ ਕੋਈ ਕਾਲ ਨਹੀਂ ਕੀਤੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ। ਤੇ 2 ਵਜੇ ਦੀ ਚੌਥੀ ਬਿਗ ਬ੍ਰੇਕਿੰਗ ਤੁਹਾਨੂੰ ਦੱਸਦੀ ਹੈ ਪਾਕਿਸਤਾਨ ਤੋਂ ਸਾਹਮਣੇ। ਪਾਕਿਸਤਾਨ ਤੋਂ ਭਾਰਤ ਦੇ ਵਿੱਚ ਨਸ਼ਾ ਤਸਕਰੀ ਲਗਾਤਾਰ ਜਾਰੀ ਹੈ। ਅੰਮ੍ਰਿਤਸਰ ਦੇ ਅਟਾਰੀ ਪਹੁੰਚੇ ਟਰੱਕ ਤੋਂ ਇਹ ਨਸ਼ਾ बरामद होया है। पाकिस्तानी ट्रक का ड्राइवर गिरफ्तार किया गया। अटारी पहुंचा सीगा ट्रक और उससे नशा बरामद होया। चौथी बिग ब्रेकिंग 2 बजे दी पाकिस्तानी ट्रक का ड्राइवर जिहड़ा हैगा उसनूं गिरफ्तार किया गया है और जिस शातिर तरीके दे नाल ਇਹ ਨਸ਼ਾ ਲੈ ਕੇ ਆ ਰਿਹਾ ਸੀ ਅਫਗਾਨਿਸਤਾਨ ਤੋਂ ਡਰਾਈ ਫਰੂਟ ਲੈ ਕੇ ਰਵਾਨਾ ਹੋਇਆ ਸੀਗਾ। ਅਫਗਾਨਿਸਤਾਨ ਤੋਂ ਸਮਾਨ ਲੈ ਕੇ ਰਵਾਨਾ ਹੋਇਆ ਸੀ। ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚੁੰਬਕ ਦੇ ਸਹਾਰੇ ਹੈਰੋਇਨ ਲੁਕੋਈ ਹੋਈ ਸੀ ਟਰੱਕ ਦੇ ਹੇਠਾਂ। ਚੁੰਬਕ ਲੱਗਿਆ ਹੋਇਆ ਸੀ। ट्रक ਦੇ ਵਿੱਚ ਅਫਗਾਨ ਡਰਾਈ ਫਰੂਟ ਲਿਆਂਦੇ ਗਏ ਸਨ। ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਮਡ ਗਾਰਡ ਦੇ ਨੇੜੇ ਇੱਕ ਲੋਹੇ ਦੀ ਚੀਜ਼ ਜਿਹੜੀ ਹੈਗੀ ਚੁੰਬਕ ਦੇ ਨਾਲ ਚਿਪਕਾਈ ਗਈ ਸੀ, ਜਿਸ ਵਿੱਚ 435 ਗ੍ਰਾਮ ਹੈਰੋਇਨ ਲੁਕੋਈ ਗਈ ਸੀ ਔਰ ਇਸ ਹੈਰੋਇਨ ਨੂੰ ਬੀਐਸਐਫ ਨੇ ਆਪਣੇ ਨਾਰਕੋਟਿਕਸ ਡੌਗਸ ਯਾਨੀ ਖੋਜੀ ਕੁੱਤੇ ਜਿਹੜੇ ਹੁੰਦੇ ਨੇ ਉਸ ਦੀ ਮਦਦ ਦੇ ਨਾਲ ਇਸ ਨੂੰ ਕਾਬੂ ਕਰ ਲਿਆ, ਇਸ ਨੂੰ ਫੜ ਲਿਆ ਇਸ ਹੈਰੋਇਨ ਨੂੰ। शंकर आनंद मेरे सहयोगी मेरे नाल फोन लाइन से जुड़े हुए ने। शंकर, बड़ा सवाल पाकिस्तान की तरफ से आने वाले ट्रक में नशे की बरामदगी और जिस तरीके से यह नशा लाया जा रहा था, कहीं ना कहीं एक बड़ी मुश्किल या यह कहा जाए कि बड़ी चेतावनी भारतीय सुरक्षा दस्ते के लिए भी कि इस तरीके के हालात आगे भी बन सकते हैं। शंकर,
निश्चित तौर पर देखते हैं जिस तरह से ड्रग्स की जो खेप किस तरह से पाकिस्तान के सीमा इलाके से भारत में पहुंचाई जाती है, इस मामले को लेकर पिछले काफी समय से बीएसएफ हमेशा सतर्क रहती है, सतर्कता लगातार अभियान चलाते रहती है और इसी के तहत इस ट्रक को और इस ट्रक में जिस तरह से नशे का सामान लाया गया था, इस मामले की जानकारी मिली और उसी सतर्कता की वजह से इस मामले का खुलासा हुआ है। और इस मामले पर अब तमाम मामलों की जानकारी लेने के बाद केंद्रीय जांच एजेंसी एनसीबी को जानकारी दी गई और एनसीबी को सूचित करने के बाद उन दोनों आरोपियों को एनसीबी के हैंडओवर कर दिया गया है। अब आगे इस मामले में पूछताछ की जा रही है, उन दोनों आरोपियों से पूछताछ की जा रही है कि किस तरह से वो नशे का कारोबार इस इलाके में करता रहा है, क्या इससे पहले भी वो इस तरह के ड्रग्स की सप्लाई करता रहा है या पहली बार है, या इस मामले में किन किन लोगों के बीच किन किन लोगों के साथ उसके संबंध है और किस तरह से पैसों का भी लेन देन होता था। तो इन तमाम मामलों की गंभीरता को देखते हुए विस्तार से पूछताछ की जा रही है। तो कहा जा सकता है कि बीएसएफ का जो इलाका है, ये खास तौर पे जो पंजाब में जो अटारी बॉर्डर है और खास तौर पर पंजाब के अंदर में काफी बड़ा इलाका है जहां पर बीएसएफ के जवान वहां पर तैनात होते हैं और इन तमाम मामलों पर नजर रखते हैं। और खास तौर पर जो जिस तरह से एक कहा जा सकता है घुसपैठ की बात करें या नशे का काला कारोबार करें, तो पंजाब के अंदर में जिस तरह से पिछले कुछ समय के दौरान काफी इस तरह की गतिविधियों का अंजाम देने की कोशिश की गई, लिहाजा इस मामले को लेकर बीएसएफ के अधिकारी लगातार चर्चा भी कर रहे हैं और लगातार बैठक भी कर रहे हैं। जी बहुत बहुत शुक्रिया शंकर इस तमाम जानकारी के लिए। शंकर आनंद मेरे सहयोगी जानकारी दे रहे सन। जिस तरीके पूरे का पूरा नशा एक खेप जड़ी हैगी है लियांदी गई है और जिस तरीके फड़ी गई है उस तो बाद बीएसएफ भी हाई अलर्ट ਤੇ 2 ਵਜੇ ਦੀ ਤੀਜੀ ਬਿਗ ਬ੍ਰੇਕਿੰਗ ਦੀਪਕ ਟੀਨੂ ਦੀ ਫਰਾਰੀ ਦੇ ਨਾਲ ਜੁੜੀ। ਦੀਪਕ ਟੀਨੂ ਦੇ ਫਰਾਰ ਹੋਣ ਤੇ ਪੰਜਾਬ ਪੁਲਿਸ ਅਲਰਟ ਤੇ ਹੈ। ਪੰਜਾਬ ਪੁਲਿਸ ਜਿਹੜੀ ਹੈਗੀ ਹੈ ਉਹ ਲਗਾਤਾਰ ਅਲਰਟ ਤੇ ਹੈ ਦੀਪਕ ਟੀਨੂ ਦੇ ਫਰਾਰ ਹੋਣ ਤੋਂ ਬਾਅਦ ਔਰ ਪੁਲਿਸ ਜਿਹੜੀ ਹੈਗੀ ਹੈ ਅਲਰਟ ਤੇ ਰਹਿੰਦੇ ਹੋਏ ਪੁਲਿਸ ਨੇ ਰਿਮਾਂਡ ਤੇ ਚੱਲ ਰਹੇ ਗੈਂਗਸਟਰਾਂ ਦੀ ਸੁਰੱਖਿਆ ਤੇ ਅਲਰਟ ਜਾਰੀ ਕੀਤਾ ਹੈ। ਜਿਹੜੇ ਗੈਂਗਸਟਰ ਇਸ ਵੇਲੇ ਪੰਜਾਬ ਦੇ ਵਿੱਚ ਮੌਜੂਦ ਨੇ ਉਹਨਾਂ ਗੈਂਗਸਟਰ ਦੀ ਸੁਰੱਖਿਆ ਤੇ ਬਕਾਇਦਾ ਰਿਵਿਊ ਰਿਪੋਰਟ ਜਿਹੜੀ ਹੈਗੀ ਉਹ ਮੰਗੀ ਗਈ ਹੈ। ਜਿਹੜੇ ਗੈਂਗਸਟਰ पंजाब ਦੇ ਵਿੱਚ ਇਸ ਵੇਲੇ ਮੌਜੂਦ ਨੇ, ਬੇਸ਼ੱਕ ਉਹ ਲਾਰੈਂਸ ਬਿਸ਼ਨੋਈ ਹੋਵੇ ਜਾਂ ਜੱਗੂ ਭਗਵਾਨਪੁਰੀਆ ਹੋਵੇ ਜਾਂ ਸੰਪਤ ਨਹਿਰਾ ਹੋਵੇ, ਤੁਹਾਨੂੰ ਦੱਸਦੀਏ ਕਿ ਸਾਰੇ ਦੇ ਸਾਰੇ ਗੈਂਗਸਟਰ ਇਸ ਵੇਲੇ ਪੰਜਾਬ ਦੇ ਵਿੱਚ ਨੇ ਔਰ ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਰਿਵਿਊ ਰਿਪੋਰਟ ਮੰਗੀ ਗਈ ਹੈ। ਲਾਰੈਂਸ, ਜੱਗੂ ਭਗਵਾਨਪੁਰੀਆ ਤੇ ਸੰਪਤ ਨਹਿਰਾ ਪੰਜਾਬ ਦੇ ਵਿੱਚ ਨੇ। ਇਹ ਕੈਟੇਗਰੀ ਗੈਂਗਸਟਰਾਂ ਦੀ ਸੁਰੱਖਿਆ ਜਿਹੜੀ ਹੈਗੀ ਉਹ ਪੁਖਤਾ ਕੀਤੀ ਜਾਵੇ, ਇਸ ਦੇ ਸੰਬੰਧੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗੈਂਗਵਾਰ ਦੇ ਇਨਪੁਟ ਨੂੰ ਲੈ ਕੇ ਪੁਲਿਸ ਅਲਰਟ ਤਾਂ ਹੈਗੀ, ਲੇਕਿਨ ਜਿਹੜਾ ਇਹ ਫਰਾਰ ਹੋਇਆ ਦੀਪਕ ਟੀਨੂ ਉਸ ਤੋਂ ਬਾਅਦ ਹੋਰ ਵੀ ਜਿਹੜਾ ਅਲਰਟ ਹੈ ਉਹ ਕੀਤਾ ਗਿਆ। ਅਸੀਂ ਖੜੇ ਹਾਂ ਖਰੜ ਦੇ CIA ਸਟਾਫ ਦੇ ਬਿਲਕੁਲ ਬਾਹਰ, ਜਿੱਥੇ ਜਿਹੜੀ ਪੁੱਛਗਿੱਛ ਹੋ ਰਹੀ ਹੈ। ਜਿਹੜੇ ਗੈਂਗਸਟਰ ਨੇ, ਇਹ ਕੈਟੇਗਰੀ ਦੇ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਰੱਖਿਆ ਗਿਆ ਹੈ ਇੱਥੇ। ਇਸ ਵੇਲੇ ਜੇ ਆਪਾਂ ਗੱਲ ਕਰੀਏ ਜੱਗੂ ਭਗਵਾਨਪੁਰੀਆ ਦੇ ਨਾਲ ਨਾਲ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ, ਹੋਰ ਵੀ ਜਿਹੜੇ ਇੱਥੇ ਲੈ ਕੇ ਪੁੱਛਗਿੱਛ ਜਿਹੜੀ ਹੈ ਅਲੱਗ ਵੱਖ-ਵੱਖ ਕੇਸਾਂ 'ਚ ਕੀਤੀ ਜਾ ਰਹੀ ਹੈ। ਲੇਕਿਨ ਦੀਪਕ ਟੀਨੂ ਦੇ ਫਰਾਰ ਹੋਣ ਤੋਂ ਬਾਅਦ ਹੋਰ ਵੀ ਜਿਹੜੀ ਸਿਕਿਉਰਿਟੀ ਹੈ ਉਹ ਰਿਵਿਊ ਕੀਤੀ ਗਈ ਹੈ। ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਨੂੰ ਲੈ ਕੇ ਜਿਹੜੇ ਸੀਨੀਅਰ ਆਫੀਸਰਸ ਨੇ ਉਹਨਾਂ ਨੇ ਵੀ ਸਾਰਾ ਜਿਹੜਾ ਹੈਗਾ ਉਹ ਮੰਗਿਆ ਗਿਆ ਹੈ ਕਿ ਕਿਸ ਤਰ੍ਹਾਂ ਦੀ ਸਿਕਿਉਰਿਟੀ ਇਹਨਾਂ ਵਾਸਤੇ ਰੱਖੀ ਗਈ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਗੈਂਗਵਾਰ ਨਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਦੂਜਾ ਜਿਹੜਾ ਗਰੁੱਪ ਹੈ ਉਹ ਅਟੈਕ ਨਾ ਕਰੇ। ਇਹਨੂੰ ਲੈ ਕੇ ਵੀ, ਕਿਉਂਕਿ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਜਿਹੜੀ ਸੈਂਟਰਲ ਏਜੰਸੀ ਹੈ ਉਹ ਲਗਾਤਾਰ ਜਿਹੜੀ ਹੈ ਇਨਪੁਟ ਜਿਹੜੀ ਹੈ ਉਹ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੈਂਗਵਾਰ ਹੋ ਸਕਦੀ ਹੈ, ਕਿਉਂਕਿ ਇਸ ਵੇਲੇ ਪੰਜਾਬ 'ਚ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ ਵੀ ਲੈ ਕੇ ਪੁੱਛਗਿੱਛ ਜਿਹੜੀ ਹੈ ਲਗਾਤਾਰ ਜਾਰੀ ਹੈ। ਕਈ ਜਿਹੜੇ ਖੁਲਾਸੇ ਹੋਏ ਆ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਇਲਾਵਾ ਹੋਰ ਵੀ ਵੱਡੇ ਜਿਹੜੇ ਖੁਲਾਸੇ ਹੈ ਉਹ ਕੀਤੇ ਗਏ ਨੇ। ਇਸ ਕਰਕੇ ਜਿਹੜੀ ਸਿਕਿਉਰਿਟੀ ਹੈ, ਖਾਸ ਕਰ ਜਿਹੜਾ CIA ਸਟਾਫ ਹੈ ਜਿੱਥੇ ਲਗਾਤਾਰ ਪੁੱਛਗਿੱਛ ਹੋ ਰਹੀ ਹੈ, ਜਿਹੜੇ A ਕੈਟੇਗਰੀ ਦੇ ਗੈਂਗਸਟਰ ਹੈ ਉਹਦੇ ਨੇੜੇ ਤੇੜੇ ਪੂਰੀ ਜਿਹੜੀ ਸਿਕਿਉਰਿਟੀ ਵੀ ਲਾਈ ਗਈ ਹੈ। ਜੇ ਆਸ-ਪਾਸ ਦੇ ਜਿਹੜੇ ਰੈਸੀਡੈਂਸ ਏਰੀਆ ਉੱਥੇ ਵੀ ਲਗਾਤਾਰ ਸਪੈਸ਼ਲ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਜਿਹੜੇ ਇੱਥੇ ਦੇ ਅਪਾਰਟਮੈਂਟਸ ਨੇ, ਹੋਰ ਜਿਹੜੀ ਸੁਸਾਇਟੀ ਹੈ, ਲਗਾਤਾਰ ਜਿਹੜੀ ਹੈ ਜਿਹੜੇ ਵੀ ਸ਼ੱਕੀ ਲੋਕ ਨੇ ਉਹਨਾਂ ਨੂੰ ਡਿਟੇਨ ਕਰਕੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ, ਕਿਉਂਕਿ ਕਿਸੇ ਵੀ ਤਰ੍ਹਾਂ ਦਾ ਹੋਰ ਕੋਈ ਰਿਸਕ ਜਿਹੜਾ ਹੈ ਉਹ ਪੁਲਿਸ ਨਹੀਂ ਲੈਣਾ ਚਾਹੁੰਦੀ। ਤੇ 2 ਵਜੇ ਦੀ ਦੂਜੀ ਬਿਗ ਬ੍ਰੇਕਿੰਗ ਤੁਹਾਨੂੰ ਦੱਸਦੀਏ, ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸੀ ਗੈਂਗਸਟਰ ਦੀਪਕ ਟੀਨੂ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਜੇਲ੍ਹ ਤੋਂ ਹੀ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸੀਗਾ ਟੀਨੂ ਔਰ ਜੇਲ੍ਹ ਦੇ ਵਿੱਚ ਬਹਿ ਕੇ ਜਿਹੜਾ ਹੈਗਾ ਉਸਨੇ ਭੱਜਣ ਦੀ ਤਿਆਰੀ ਕੀਤੀ ਸੀ। ਗੋਲਡੀ ਬਰਾੜ ਦੇ ਨਾਲ ਰਾਬਤਾ ਕਾਇਮ ਕੀਤੇ ਹੋਏ ਸੀ ਦੀਪਕ ਟੀਨੂ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਜੇਲ੍ਹ ਵਿੱਚ ਬਹਿ ਕੇ ਹੀ ਫਰਾਰ ਹੋਣ ਦੀ ਪਲੈਨਿੰਗ ਉਸਨੇ ਕੀਤੀ ਸੀ। 2 ਵਜੇ ਦੀ ਦੂਜੀ ਬਿਗ ਬ੍ਰੇਕਿੰਗ। ਪਿਛਲੇ ਤਕਰੀਬਨ 3-4 ਦਿਨਾਂ ਤੋਂ
लगातार ਇਹ ਪਲੈਨਿੰਗ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਸੀ ਔਰ ਇਸ ਪਲੈਨਿੰਗ ਨੂੰ ਉਸਨੇ ਫਿਰ ਅੰਜਾਮ ਦਿੱਤਾ। ਪਿਛਲੇ ਦਿਨੀ ਦੀਪਕ ਟੀਨੂ ਤੋਂ ਫੋਨ ਵੀ ਬਰਾਮਦ ਹੋਇਆ ਸੀ ਔਰ ਬਰਾਮਦਗੀ ਹੋਈ ਸੀਗੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ। ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਦੀਪਕ ਟੀਨੂ, ਉਦੋਂ ਦੀਪਕ ਟੀਨੂ ਤੋਂ ਮੋਬਾਈਲ ਫੋਨ ਬਰਾਮਦ ਹੋਇਆ ਸੀ ਤੇ ਮੂਸੇਵਾਲਾ ਕਤਲकांड ਦੇ ਵਿੱਚ ਇਹ ਦੋਵੇਂ ਸ਼ਾਮਿਲ ਸਨ। ਤੇ 2 ਵਜੇ ਦੀ ਪਹਿਲੀ ਬਿਗ ਬ੍ਰੇਕਿੰਗ ਵੀ ਤੁਹਾਨੂੰ ਦੱਸਾਂਗੇ, ਪਰ ਇਸ ਵੇਲੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਕੰਗ ਮੀਡੀਆ ਨੂੰ ਸੰਬੋਧਨ ਕਰ ਰਹੇ ਨੇ। ਸਿੱਧਾ ਪਹਿਲਾਂ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ। ਇਸ ਮੁਲਕ ਚ ਇਸ ਟਾਈਮ ਹਾਈਐਸਟ ਰੇਟ ਹੈ ਔਰ ਪੰਜਾਬ ਚ ਮੌਜੂਦਾ ਗੰਨੇ ਦਾ ਜਿਹੜਾ ਰਕਬਾ ਹੈ ਗੰਨਾ ਕਾਸ਼ਤਕਾਰੀ ਦਾ ਉਹ 1.25 ਲੱਖ ਹੈਕਟੇਅਰ ਹੈ, ਜਿਹਦੀ ਵਧਾ ਕੇ ਸੰਭਾਵਨਾ ਜਿਹੜੀ ਕੋਈ ਸਾਡੇ ਕੋਲ ਗੰਨਾ ਪੀੜਨ ਦੀ क्षमता ਜਿਹੜੀ ਆ ਸਮਰੱਥਾ ਜਿਹਨੂੰ ਕਹਿ ਲਓ ਉਹ 2.5 ਲੱਖ ਹੈਕਟੇਅਰ ਤੱਕ ਦੀ ਹੈਗੀ ਆ। ਔਰ ਮਾਨ ਸਾਹਿਬ ਦੀ ਸਰਕਾਰ ਦਾ ਟੀਚਾ ਹੈ ਕਿ ਡਾਈਵਰਸਿਫਿਕੇਸ਼ਨ ਵਾਸਤੇ ਫਸਲੀ ਵਿਭਿੰਨਤਾ ਲਈ ਪੰਜਾਬ ਦੇ ਪਾਣੀ ਹਵਾ ਔਰ ਕਿਸਾਨ ਨੂੰ ਵੱਧ ਰੇਟ ਮਿਲੇ ਇਹਦੇ ਲਈ ਆਉਣ ਵਾਲੇ ਟਾਈਮ 'ਚ ਗੰਨੇ ਦੀ ਕਾਸ਼ਤਕਾਰੀ ਦਾ ਰਕਬਾ ਜਿਹੜਾ ਉਹ ਵੀ ਵਧਾਇਆ ਜਾਊਗਾ ਔਰ ਕਿਸਾਨ ਨੂੰ ਸਮੇਂ ਸਿਰ ਪੂਰਾ ਵਾਜਿਬ ਰੇਟ ਜਿਹੜਾ ਆ ਉਹ ਦਿੱਤਾ ਜਾਊਗਾ ਔਰ ਉਹਦੀ ਕਮਿਟਮੈਂਟ ਉਹਦੀ ਸ਼ੁਰੂਆਤ ਜਿਹੜੀ ਆ ਮਾਨ ਸਾਹਿਬ ਨੇ ਕੀਤੀ ਹੈ। ਇਹਦੇ ਨਾਲ ਨਾਲ ਮੈਂ ਇੱਥੇ ਜ਼ਰੂਰ ਇੱਕ ਗੱਲ ਦੱਸਣਾ ਚਾਹੂੰਗਾ ਕਾਂਗਰਸ ਦੇ ਆਪਣੇ ਸਾਥੀਆਂ ਨੂੰ ਜਿਹੜੇ ਸਾਡੇ ਵਿਰੋਧੀ ਪਾਰਟੀ ਦੇ ਖਾਸ ਕਰ ਐਲਓਪੀ ਸਾਹਿਬ ਨੇ ਬੜਾ ਰੌਲਾ ਪਾਇਆ ਸੀ ਕਿ ਕਿਸਾਨਾਂ ਦੀ ਗੱਲ ਨਹੀਂ ਹੋ ਰਹੀ, ਨੌਜਵਾਨਾਂ ਦੀ ਗੱਲ ਨਹੀਂ ਹੋ ਰਹੀ। ਦੇਖੋ ਪੰਜਾਬ ਦੀ ਸਭ ਤੋਂ ਜ਼ਰੂਰਤ ਜਿਹੜੀ ਅੱਜ ਪ੍ਰਾਇੋਰਟੀ ਤੇ ਜਾਂ ਪਹਿਲ ਦੇ ਆਧਾਰ ਤੇ ਸਾਨੂੰ ਲੋੜ ਹੈ ਆਰਥਿਕ ਤੌਰ ਤੇ ਲੋਕਾਂ ਨੂੰ ਮਜ਼ਬੂਤ ਕਰਨਾ, ਕਿਸਾਨੀ ਨੂੰ ਬਚਾਉਣਾ, ਕਿਸਾਨੀ ਨੂੰ ਮੁੜ ਲੀਹਾਂ ਤੇ ਲੈ ਕੇ ਆ ਕੇ ਪੰਜਾਬ ਦਾ ਪੂਰਾ ਇਕਨੋਮਿਕ ਮਾਡਲ ਜਿਹੜਾ ਹੈ ਉਹਨੂੰ ਮਜ਼ਬੂਤੀ ਦੇਣੀ ਔਰ ਉਹਦੇ ਵੱਲ ਅਸੀਂ ਲਗਾਤਾਰ ਮਾਨ ਸਾਹਿਬ ਦੀ ਸਰਕਾਰ ਕੰਮ ਕਰ ਰਹੀ ਹੈ। ਔਰ ਦੂਜੇ ਪਾਸੇ ਆਪਾਂ ਦੇਖਦੇ ਰਹੇ ਕਾਂਗਰਸ ਸਰਕਾਰ 'ਚ ਕਿਸ ਤਰੀਕੇ ਨਾਲ ਮਹੀਨੇ ਸਾਲ ਦਰ ਸਾਲ ਪੇਮੈਂਟ ਰੁਕਦੀ ਸੀ, ਧਰਨੇ ਪ੍ਰਦਰਸ਼ਨ ਹੁੰਦੇ ਸੀ ਔਰ ਮਾਨ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਹੈ ਵੀ ਕੋਈ ਅਸੀਂ ਧਰਨਾ ਫਰੀ ਜਿਹੜਾ ਸੂਬਾ ਕਰਨਾ ਹੈ ਔਰ ਕਿਸਾਨਾਂ ਨੂੰ ਜ਼ਰੂਰਤ ਨਾ ਪਵੇ ਔਰ ਉਸੇ ਵੱਲ ਸਰਕਾਰ ਜਿਹੜੀ ਨੀਅਤ ਸਰਕਾਰ ਦੀ ਬੜੀ ਸਾਫ਼ ਹੈ ਮੁੱਖ ਮੰਤਰੀ ਜੀ ਦਾ। ਔਰ ਜਿਹੜੀ ਸੈਂਟਰ 'ਚ ਇਹਦੇ ਨਾਲ ਮੈਂ ਇੱਕ ਗੱਲ ਜ਼ਰੂਰ ਜੋੜਨਾ ਚਾਹੂੰਗਾ ਤੁਹਾਡੀ ਜਾਣਕਾਰੀ ਲਈ ਸਾਰੇ ਪੱਤਰਕਾਰ ਸਾਥੀਆਂ ਲਈ ਕਿ ਸੈਂਟਰ 'ਚ ਜਿਹੜੀ ਸਰਕਾਰ ਰੂਲ ਕਰ ਰਹੀ ਹੈ ਭਾਜਪਾ ਦੀ ਔਰ ਖਾਸ ਕਰ ਜਿਹੜਾ ਜਿਹਨੂੰ ਭਾਜਣਾ ਪਈਆਂ ਗੁਜਰਾਤ 'ਚ ਜਿਹੜੇ ਕਹਿੰਦੇ ਸਾਡੀ ਨਰਸਰੀ ਆ ਭਾਰਤੀ ਜਨਤਾ ਪਾਰਟੀ ਦਾ ਗੜ੍ਹ ਹੈ, ਗੁਜਰਾਤ 'ਚ ਜਿਹੜੇ ਗੰਨਾ ਕਾਸ਼ਤਕਾਰ ਹੈ ਸ਼ੂਗਰ ਕੇਨ ਦੇ ਜਿਹੜੇ ਕਿਸਾਨ ਹੈ ਉਹਨਾਂ ਦੀ ਪੇਮੈਂਟ ਪੈਂਦੀ ਹੈ 34.6 ਯਾਨੀ ਕਿ 35% ਦੇ ਕਰੀਬ ਗੁਜਰਾਤ ਦੇ ਗੰਨਾ ਕਾਸ਼ਤਕਾਰਾਂ ਦੀ ਪੇਮੈਂਟ ਸਰਕਾਰ ਨੇ ਹਜੇ ਤੱਕ ਨਹੀਂ ਕੀਤੀ। ਜਿਹੜੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਦੇ ਆ ਔਰ ਪਿਛਲੇ ਦਿਨਾਂ 'ਚ ਕਈ ਵਾਰ ਜਦੋਂ ਦਾ ਗੁਜਰਾਤ 'ਚ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਮਾਹੌਲ ਬਣਦਾ ਜਾ ਰਿਹਾ ਔਰ 2 ਦਿਨ ਪਹਿਲਾਂ ਲੱਖਾਂ ਦੀ ਤਾਦਾਦ 'ਚ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਦੀ ਰੈਲੀ 'ਚ ਲੋਕ ਇਕੱਠੇ ਹੋਏ ਉਸ ਗੁਜਰਾਤ ਜਿੱਥੇ 27 ਸਾਲ ਤੋਂ ਵੱਧ ਬੀਜੇਪੀ ਨੂੰ ਰੂਲ ਕਰਦੇ ਹੋ ਗਏ ਉੱਥੇ 34% ਤੋਂ ਉੱਪਰ ਗੰਨਾ ਕਿਸਾਨਾਂ ਨੂੰ ਹਜੇ ਤੱਕ ਪੇਮੈਂਟ ਨਹੀਂ ਹੋਈ। ਸੀਜ਼ਨ 30 ਸਤੰਬਰ ਤੱਕ ਹੁੰਦਾ ਔਰ ਦੂਜੇ ਪਾਸੇ ਜਿਹੜਾ ਇੱਕ ਅਹਿਮ ਸੂਬਾ ਹੈ ਉੱਤਰ ਪ੍ਰਦੇਸ਼ ਯੂਪੀ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਵੀ ਤਕਰੀਬਨ 13% ਕਿਸਾਨਾਂ ਦੀ ਜਿਹੜੀ ਗੰਨਾ ਕਿਸਾਨਾਂ ਦੀ ਪੇਮੈਂਟ ਹਜੇ ਤੱਕ ਪੈਂਡਿੰਗ ਹੈ। ਆਹ ਹਾਲਾਤ ਹੈ। ਇਹ ਫਰਕ ਹੈ ਪੰਜਾਬ ਮਾਡਲ ਤੇ ਗੁਜਰਾਤ ਮਾਡਲ ਦਾ। ਇਹ ਫਰਕ ਹੈ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਦਾ ਨੀਤੀਆਂ ਦਾ ਔਰ ਭਾਜਪਾ ਦੀਆਂ ਨੀਤੀਆਂ ਦਾ। ਇਹ ਫਰਕ ਹੈ ਇੱਕ ਜ਼ਿੰਮੇਵਾਰ ਜਵਾਬਦੇਹ ਮਾਣਯੋਗ ਮਾਨ ਸਾਹਿਬ ਵਰਗੇ ਮੁੱਖ ਮੰਤਰੀ ਔਰ ਦੂਜੇ ਪਾਸੇ ਭਾਜਪਾ ਦੀ ਜਿਹੜੀਆਂ ਸਰਕਾਰਾਂ ਚਾਹੇ ਉੱਤਰ ਪ੍ਰਦੇਸ਼ ਦੀ। ਇਹ ਬੁਨਿਆਦੀ ਫਰਕ ਹੈ। ਇਸ ਤਰੀਕੇ ਨਾਲ ਸਟੈਪ ਬਾਈ ਸਟੈਪ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮਾਨ ਸਾਹਿਬ ਕਿ ਪੰਜਾਬ ਦੀ ਪੂਰੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾਵੇ
ਪੰਜਾਬ 'ਚ ਨਵੇਂ ਰੋਜ਼ਗਾਰ ਮਿਲਣ, ਪੰਜਾਬ ਦੀ ਕਿਸਾਨੀ ਜਵਾਨੀ ਸਾਰੇ ਜਿਹੜੇ ਚਾਹੇ ਉਹ ਇੰਡਸਟਰੀ ਹੈ ਉਹ ਸਾਰੀ ਚੀਜ਼ ਨੂੰ ਨਵੇਂ ਸਿਰੇ ਤੋਂ ਖੜਾ ਕਰਕੇ ਪੰਜਾਬ ਨੂੰ ਮਜ਼ਬੂਤ ਇੱਕ ਸੂਬੇ ਦੁਨੀਆ ਦਾ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਵਾਸਤੇ। ਇੱਕ ਪਾਸੇ ਤੇ ਮਾਨ ਸਾਹਿਬ ਦੀ ਸਰਕਾਰ ਪ੍ਰੋ ਫਾਰਮਰ ਪੰਜਾਬ ਦੇ ਕਿਸਾਨ ਹਿਤੈਸ਼ੀ ਫੈਸਲੇ ਲੈ ਰਹੀ ਹੈ, ਦੂਜੇ ਪਾਸੇ ਅੱਜ ਮੈਂ 4 ਅਕਤੂਬਰ ਹੋ ਗਈ ਆ, ਭਾਰਤੀ ਜਨਤਾ ਪਾਰਟੀ ਦਾ ਰਵੱਈਆ ਜਿਹੜਾ ਐਂਟੀ ਫਾਰਮਰ ਰੁਖ, ਉਹਦੇ ਤੇ ਯਾਦ ਦਿਵਾਉਣਾ ਚਾਹੂੰਗਾ ਤੁਹਾਡੇ ਪੱਤਰਕਾਰ ਸਾਥੀਆਂ ਦੇ ਰਾਹੀਂ ਸਾਰੇ ਲੋਕਾਂ ਨੂੰ ਕਿ ਲੰਘੀ 3 ਅਕਤੂਬਰ ਨੂੰ ਲਖੀਮਪੁਰ ਖੀਰੀ, ਜਿੱਥੇ ਮੋਦੀ ਸਾਹਿਬ ਦੇ ਕੈਬਨਿਟ ਦੇ ਜਿਹੜੇ ਵਜ਼ੀਰ ਹੈ, ਮਿਨਿਸਟਰ ਆਫ ਹੋਮ ਅਫੇਅਰਸ, ਰਾਜ ਮੰਤਰੀ, ਉਹਨਾਂ ਦੇ ਬੇਟੇ ਵੱਲੋਂ 1 ਸਾਲ ਪਹਿਲਾਂ ਸੋ ਇਹ ਸੁਣਨੇ ਸੀ ਤੁਸੀਂ ਮਲਵਿੰਦਰ ਕੰਗ ਨੂੰ ਜਿਹੜੇ ਸੰਬੋਧਨ ਕਰ ਰਹੇ ਸੀ ਮੀਡੀਆ ਨੂੰ। ਔਰ ਪਹਿਲੀ ਬਿਗ ਬ੍ਰੇਕਿੰਗ ਤੁਹਾਨੂੰ ਦੱਸਦੇ ਹਾਂ ਇਸ ਵੇਲੇ, ਪੰਜਾਬ ਦੇ ਵਿੱਚ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਵਿੱਚ ਟਿਫਨ ਬੰਬ ਬਰਾਮਦ ਕੀਤਾ ਗਿਆ ਹੈ, 2 AK-56 ਪਿਸਟਲ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ISI ਦੇ ਨਾਰਕੋ ਟੈਰਰ ਮੋਡਿਊਲ ਦਾ ਪਰਦਾਫਾਸ਼ ਪੰਜਾਬ ਦੇ ਵਿੱਚ ਹੋਇਆ ਹੈ। ਯੋਗਰਾਜ ਯੋਗਨਾ ਦਾ ਅਪਰਾਧੀ ਗ੍ਰਿਫਤਾਰ ਕੀਤਾ ਗਿਆ। ਅਤਵਾਦੀ ਲੰਡਾ ਤੇ ਰਿੰਦਾ ਦੇ ਇਸ਼ਾਰੇ ਤੇ ਇਹ ਕੰਮ ਕਰ ਰਿਹਾ ਸੀ। ਪਾਕਿਸਤਾਨ ਤੋਂ IED ਅਤੇ ਨਸ਼ੇ ਦੀ ਸਮਗਲਿੰਗ ਕਰਦਾ ਸੀ ਯੋਗਰਾਜ, ਤੇ ਯੋਗਰਾਜ ਤੋਂ ਪੁੱਛਗਿੱਛ ਦੇ ਆਧਾਰ ਤੇ 5 ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ। ਪਹਿਲੀ ਬਿਗ ਬ੍ਰੇਕਿੰਗ 2 ਵਜੇ ਦੀ ਤੁਹਾਨੂੰ ਦੱਸ ਰਹੇ ਹਾਂ। ਪੰਜਾਬ ਦੇ ਵਿੱਚ ISI ਦਾ ਮੋਡਿਊਲ ਜਿਹੜਾ ਹੈਗਾ ਉਸ ਨੂੰ ਬਸ ਕੀਤਾ ਹੈ। ਅੰਮ੍ਰਿਤਸਰ ਦੇ ਵਿੱਚ ਟਿਫਨ ਬੰਬ ਬਰਾਮਦ ਹੋਇਆ, ਹਥਿਆਰ ਬਰਾਮਦ ਹੋਏ ਨੇ, ਅਸਲਾ ਬਰਾਮਦ ਹੋਇਆ ਹੈ, ਨਕਦੀ ਬਰਾਮਦ ਹੋਈ ਹੈ। ਪੁਲਿਸ ਨੂੰ ਅੱਜ ਇੱਕ ISI ਬੈਕਡ ਨਾਰਕੋ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਿਲ ਹੋਈ ਹੈ, ਜਦੋਂ ਕਿ ਅੰਮ੍ਰਿਤਸਰ ਰੂਰਲ ਪੁਲਿਸ ਨੇ ਯੋਗਰਾਜ ਯੋਗ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇੱਕ IED ਜਿਹੜੀ ਟਿਫਿਨ ਬੰਬ ਦੇ ਸ਼ਕਲ ਦੇ ਵਿੱਚ ਸੀਗੀ, 2 AK-56 ਰਾਈਫਲਸ, 1 ਪਿਸਟਲ ਤੇ 2 kg ਹੈਰੋਇਨ ਰਿਕਵਰ ਹੋਈ ਹੈ। ਇਹ ਕੈਨੇਡਾ ਬੇਸਡ ਲੰਡਾ ਅਤੇ ਪਾਕਿਸਤਾਨ ਬੇਸਡ ਰਿੰਦੇ ਦੇ ਇਸ਼ਾਰਿਆਂ ਤੇ ਕੰਮ ਕਰਦਾ ਸੀ। ਇੱਕ ਬਹੁਤ ਇੰਪੋਰਟੈਂਟ ਕੜੀ ਸੀਗਾ ਨਾਰਕੋ ਟੈਰਰ ਮੋਡਿਊਲ ਦੇ ਵਿੱਚ। ਤੇ ਸਤੰਬਰ 2019 ਦੇ ਵਿੱਚ ਵੀ ਇੱਕ 5 AK-47 ਰਾਈਫਲਾਂ ਦੀ ਖੇਪ ਆਈ ਸੀ, ਉਸ ਕੇਸ 'ਚ ਗ੍ਰਿਫਤਾਰ ਹੋਇਆ ਸੀਗਾ। ਤੇ ਪਾਕਿਸਤਾਨ ISI ਦੀ ਸਾਜ਼ਿਸ਼ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਸੀਗੀ, ਉਸ ਨੂੰ ਅੱਜ ਵਿਫਲ ਕਰਤਾ ਗਿਆ ਹੈਗਾ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਆਦੇਸ਼ਾਂ ਤੇ ਪੰਜਾਬ ਪੁਲਿਸ ਪੰਜਾਬ ਨੂੰ ਕੰਪਲੀਟਲੀ ਸਿਕਿਉਰ ਤੇ ਸੇਫ। ਸੋ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਦੇ ਵਿੱਚ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਹਥਿਆਰਾਂ ਦੀ ਬਰਾਮਦਗੀ ਹੋਈ ਹੈ, ਨਾਲ ਹੀ ਜਿਹੜਾ ਹੈਗਾ ਮੋਡਿਊਲ ਬਸ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਪੁਲਿਸ। ਔਰ ਜਿਸ ਤਰੀਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ। ਮਨੋਜ ਰਾਠੀ ਮੇਰੇ ਸਹਿਯੋਗੀ ਮੇਰੇ ਨਾਲ ਜੁੜ ਰਹੇ ਨੇ। ਮਨੋਜ, ਵੱਡੀ ਕਾਮਯਾਬੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ, AK-56 ਬਰਾਮਦ ਹੋਈ ਹੈ, IED ਬਰਾਮਦ ਹੋਇਆ ਹੈ, ਟਿਫਨ ਬੰਬ ਬਰਾਮਦ ਹੋਇਆ ਹੈ, ਨਕਦੀ ਬਰਾਮਦ ਹੋਈ ਹੈ ਔਰ ਬਕਾਇਦਾ ਗ੍ਰਿਫਤਾਰੀ ਵੀ ਹੋਈ ਹੈ। ਮਨੋਜ, ਗਗਨ, ਬਿਲਕੁਲ ਇੱਕ ਬਹੁਤ ਵੱਡੀ ਸਫਲਤਾ ਕਹਿ ਸਕਦੇ ਹਾਂ ਕਿ ਜਿਹੜੀ ਕ੍ਰਾਸ ਬਾਰਡਰ ਹੈ ਅੰਮ੍ਰਿਤਸਰ ਰੂਰਲ, ਜਿਹੜੇ SSP ਸਵਪਨ ਸ਼ਰਮਾ, ਉਹਨਾਂ ਦੀ ਕਈ ਇੱਕ ਪੁਲਿਸ ਨੂੰ ਲੀਡ ਸੀਗੀ, ਕਿਉਂਕਿ ਜਿਹੜਾ ਯੋਗਰਾਜ ਹੈ ਇਹ ਲਗਾਤਾਰ ਇਹਦੀ ਜਿਹੜੀ ਭਾਲ ਕਰ ਰਹੀ ਸੀ ਤੇ ਪੁਲਿਸ ਨੂੰ ਇੱਕ ਵੱਡੀ ਲੀਡ ਸੀਗੀ। ਯੋਗਰਾਜ ਇਹ ਯੋਗੀ ਹੈ ਕੌਣ? ਇਹ ਤੁਹਾਨੂੰ ਦੱਸ ਦਈਏ ਕਿ ਜਿਹੜਾ ਲਖਬੀਰ ਸਿੰਘ ਲੰਡਾ, ਜਿਹੜੀ ਪਹਿਲਾਂ ਵੀ ਪੁੱਛ ਕੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਲੰਡਾ ਜਿਹੜਾ ਹੈਗਾ ਵਿਦੇਸ਼ 'ਚ ਬਹਿ ਕੇ ਕਿਸ ਤਰ੍ਹਾਂ ਇਹ ਕ੍ਰਾਸ ਬਾਰਡਰ ਆਪਣੇ ਜਿਹੜਾ ਐਸੋਸੀਏਟ ਤਿਆਰ ਕਰ ਰਿਹਾ ਹੈ, ਕਿਉਂਕਿ ਨਛੱਤਰ ਸਿੰਘ ਮੋਤੀ ਜਦ ਅਰੈਸਟ ਹੋਇਆ ਸੀਗਾ ਸ਼ਾਹਬਾਦ 'ਚ, ਜਿਹੜਾ ਡੈਟੋਨੇਟਰ ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਨਹੀਂ ਹੋਈ ਸੀ, ਉਸ ਟਾਈਮ ਨਛੱਤਰ ਸਿੰਘ ਮੋਤੀ ਗ੍ਰਿਫਤਾਰ ਕੀਤਾ ਸੀ। ਨਛੱਤਰ ਸਿੰਘ ਮੋਤੀ ਨੇ ਪੁੱਛ ਕੇ ਦੱਸਿਆ ਸੀਗਾ ਕਿ ਕਿੰਨਾ ਵੱਡਾ ਨੈਕਸਸ ਜਿਹੜਾ ਉਹ ਚਲਾ ਰਿਹਾ ਹੈ ਲੰਡਾ, ਆਪਣੇ ਐਸੋਸੀਏਟਸ ਉਹਨਾਂ ਨੂੰ ਲਾਲਚ ਦੇ ਕੇ, ਨੌਜਵਾਨ ਜਿਹੜੇ ਹੈ 18 ਸਾਲ 19 ਸਾਲ 20 ਸਾਲ 21 ਸਾਲ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਇਹ ਲਾਲਚ ਦੇ ਕੇ ਆਪਣੀ ਜਿਹੜੀ ਤਸਕਰੀ ਹੈ, ਇਲੀਗਲ ਵੈਪਨਸ ਦੀ ਤਸਕਰੀ ਹੈ, ਇਲੀਗਲ ਡਰੱਗਸ ਦੀ ਤਸਕਰੀ ਹੈ, ਉਹ ਕਰਵਾਉਂਦਾ ਨਜ਼ਰ ਆ ਰਿਹਾ ਹੈ। ਇਹ ਲੀਡ ਪੁਲਿਸ ਨੂੰ ਸੀਗੀ। ਯੋਗਰਾਜ ਜਿਹੜਾ ਹੈਗਾ ਇਹਨੂੰ ਗ੍ਰਿਫਤਾਰ ਕੀਤਾ, ਇਹਦੇ ਕੋਲੋਂ 2 ਕਿਲੋ ਹੈਰੋਇਨ, ਹੋਰ ਜਿਹੜੇ AK-56 ਕਾਰਟਰੇਜ, ਪਿਸਟਲ ਜਿਹੜੇ ਹੈਗੀ ਇਹ ਚੀਜ਼ਾਂ ਬਰਾਮਦ ਹੋਈ ਹੈ। ਇਹ ਜਾਣੀ ਕਿੱਥੇ ਸੀ? ਇੱਕ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣਾ, ਇੱਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼, ਇੱਕ ਦਹਿਸ਼ਤ ਜਿਹੜੀ ਹੈ ਉਹ ਮਚਾਉਣ ਦੀ ਕੋਸ਼ਿਸ਼, ਕਿਉਂਕਿ ਪਹਿਲਾਂ ਵੀ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਜਿਹੜੇ ਇਰਾਦੇ ਹੈ, ਉਹ ਉਹਨਾਂ ਦੇ ਜਿਹੜੇ ਮਨਸੂਬੇ ਸੀਗੇ ਉਹ ਨਾਕਾਮਯਾਬ ਹੋਏ ਸੀਗੇ। ਤੁਹਾਨੂੰ ਦੱਸ ਦਈਏ ਕਿ ਸ਼ਾਹਬਾਦ 'ਚ 15 ਅਗਸਤ ਵਾਲੇ ਦਿਨ ਬਹੁਤ ਵੱਡਾ ਧਮਾਕਾ ਇਹਨਾਂ ਨੇ ਕਰਨਾ ਸੀਗਾ, ਉਹਦਾ ਵੀ ਮਾਸਟਰਮਾਈਂਡ ਸੀਗਾ ਲਖਬੀਰ ਸਿੰਘ ਲੰਡਾ।
ਤੇ ਆਤੰਕੀ ਰਿੰਦਾ ਜਿਹੜਾ ISI ਜਿਹੜਾ ਪਾਕਿਸਤਾਨ ਦੇ ਨਾਲ ਲੱਗਿਆ ਹੋਇਆ, ਜਿਹੜੀ ਹੁੰਦੀ ਇਲੀਗਲ ਵੈਪਨ ਹੁੰਦੇ ਆ, ਜਿਹੜੀ ਡਰੱਗਸ ਹੁੰਦੀ ਹੈ, ਉਹ ਸਪਲਾਈ ਸਾਰੀ ਕਰਦਾ ਉੱਥੋਂ। ਤੇ ਲੰਡਾ ਨਾਲ ਸਿੱਧਾ ਸੰਪਰਕ ਹੈਗਾ ਲਖਬੀਰ ਸਿੰਘ ਲੰਡਾ ਨਾਲ। ਲੰਡਾ ਜਿਹੜਾ ਹੈਗਾ ਉਹ ਐਸੋਸੀਏਟਸ ਤਿਆਰ ਕਰਦਾ ਹੈ, ਮੁੰਡੇ ਤਿਆਰ ਕਰਦਾ ਹੈ, ਤੇ ਜਿਹੜਾ ਰਿੰਦਾ ਹੈ ਉਹ ਬਾਹਰੋਂ ਯਾਨੀ ਕਿ ਪਾਕਿਸਤਾਨ ਚੋਂ ਕ੍ਰਾਸ ਬਾਰਡਰ ਯਾਨੀ ਕਿ ਡਰੋਨ ਦੇ ਥਰੂ ਉਹ ਜਿਹੜੀ ਜਿੰਨੇ ਵੀ ਚੀਜ਼ਾਂ ਨੇ ਉਹਨਾਂ ਨੂੰ ਸਪਲਾਈ ਕਰਾਉਣ ਦਾ ਕੰਮ ਕਰਾਉਂਦਾ, ਯਾਨੀ ਕਿ ਫੰਡਿੰਗ ਉੱਥੋਂ ਹੁੰਦੀ ਹੈ। ਜਿਹੜੀ ਫੰਡਿੰਗ ਹੈਗੀ ਜਾਂ ਫਿਰ ਜਿਹੜੇ ਵੀ ਐਸੋਸੀਏਟ ਤਿਆਰ ਕਰਨੀ ਹੈ, ਜਿਹੜੀ ਵੀ ਅਸੈਂਬਲ ਕਰਨੀ ਹੈ ਟੀਮ, ਹੋਰ ਕਿਹਨੂੰ ਲਾਣਾ ਹੈ, ਕਿਉਂਕਿ ਇਹਦੇ ਵਿੱਚ ਚੜ੍ਹਤ ਸਿੰਘ ਦਾ ਵੀ ਨਾਂ ਸਾਹਮਣੇ ਆ ਰਿਹਾ ਜੋ ਕਿ ਹਜੇ ਫਰਾਰ ਦੱਸਿਆ ਜਾ ਰਿਹਾ। ਚੜ੍ਹਤ ਸਿੰਘ ਇਹਦੇ ਵਿੱਚ ਬਹੁਤ ਅਹਿਮ ਭੂਮਿਕਾ ਹੈ। ਜਿਹੜੀ IED ਮਾਮਲਾ RPG ਜਿਹੜਾ ਅਟੈਕ ਹੋਇਆ ਸੀਗਾ ਉਹਦੇ ਵਿੱਚ ਵੀ ਲਖਬੀਰ ਸਿੰਘ ਲੰਡਾ ਨੇ ਜਿਹੜੀ ਹੈਗੀ ਪੂਰੀ ਪਲੈਨਿੰਗ ਕੀਤੀ ਸੀ, ਚੜ੍ਹਤ ਸਿੰਘ ਨੂੰ ਭੇਜਿਆ ਸੀਗਾ। ਉਹਦੇ ਨਾਲ ਜਿਹੜਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਦੀਪਕ ਤੇ ਦੀਪਾਂਸ਼ੂ ਵੀ ਸੀਗੇ। RPG ਅਟੈਕ ਹੋਇਆ ਸੀਗਾ, ਸਭ ਤੋਂ ਵੱਡਾ ਅਟੈਕ ਜਿਹੜਾ ਸਟੇਟ ਇੰਟੈਲੀਜੈਂਸ ਹੈਡਕੁਆਟਰ 'ਚ। ਉਸ ਤੋਂ ਬਾਅਦ ਲੰਡਾ ਜਦ 79 ਸਿੰਘ ਮੋਤੀ ਅਰੈਸਟ ਹੋਇਆ ਸੀ, ਉਹਨੇ ਖੁਦ ਦੱਸਿਆ ਸੀਗਾ ਕਿ ਇੱਕ 25 ਬੰਦਿਆਂ ਦੀ ਜਿਹੜੀ ਟੀਮ ਹੈ ਉਹ ਤਿਆਰ ਕੀਤੀ ਜਾ ਰਹੀ ਹੈ, ਉਹਨਾਂ ਨੂੰ ਟ੍ਰੇਨਡ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਤਸਕਰੀ ਕਰਨੀ ਹੈ, ਕਿਸ ਤਰ੍ਹਾਂ ਜਿਹੜੀ ਸਪਲਾਈ ਕਰਨੀ ਹੈ। ਇਹ ਪੰਜਾਬ 'ਚ ਨਹੀਂ ਬਲਕਿ ਦੂਜੇ ਸਟੇਟਾਂ ਤੋਂ ਵੀ ਜਿਹੜੀ ਸਪਲਾਈ, ਹੁਣ ਇਹ ਜਿਹੜੀ ਰਿਕਵਰੀ ਹੋਈ ਹੈ ਇੱਕ ਵੱਡੀ ਸਫਲਤਾ ਹੈ ਕਿ ਇਹਨੂੰ ਕਿੱਥੇ ਸਪਲਾਈ ਕਰਨੀ ਸੀ, ਕਿਹਨੂੰ ਦੇਣਾ ਸੀਗਾ। ਇਹ ਵੀ ਪੁਲਿਸ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਜਿਹੜੀ ਇਹ ਸਪਲਾਈ ਹੋਣੀ ਸੀ ਪੰਜਾਬ ਦੇ ਨਾਲ ਦੂਜੇ ਸਟੇਟ 'ਚ ਵੀ ਸਪਲਾਈ ਹੋਣੀ ਸੀ, ਯਾਨੀ ਕਿ ਲਗਾਤਾਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਪੰਜਾਬ 'ਚ ਕਿਸ ਤਰ੍ਹਾਂ ਲਾਅ ਐਂਡ ਆਰਡਰ ਨੂੰ ਜਿਹੜਾ ਹੈਗਾ ਉਹ ਬ੍ਰੇਕ ਕਰਨ ਦੀ ਕੋਸ਼ਿਸ਼ ਜਿਹੜਾ ਲਖਬੀਰ ਸਿੰਘ ਲੰਡਾ ਕਰਦਾ ਨਜ਼ਰ ਆ ਰਿਹਾ ਹੈ। ਉਹਦੀ ਜਿਹੜੀ ਹੈਲਪ ਕਰ ਰਿਹਾ ਉਹ ਕਰ ਰਿਹਾ ਆਤੰਕੀ ਰਿੰਦਾ, ਤੇ ਉਹ ਕਿਹਦੇ ਨਾਲ ਕਰ ਰਹੇ ਹੈ, ਟੈਰਰਿਸਟ ਪਲੱਸ ਗੈਂਗਸਟਰ ਕਨੈਕਸ਼ਨ। ਇਹ ਏਜੰਸੀਆਂ ਨੇ ਵੀ ਮੰਨਿਆ, ਇਹ ਏਜੰਸੀਆਂ ਖੁਦ ਕਹਿੰਦੀ ਨਜ਼ਰ ਆ ਰਹੀਆਂ ਕਿ ਜਿਹੜੇ ਵੀ ਆਤੰਕੀ ਜਿਹੜੇ ਟੈਰਰਿਸਟ ਨੇ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਗੈਂਗਸਟਰਾਂ ਨੂੰ ਆਪਣੇ ਨਾਲ ਮਿਲਾਇਆ ਹੋਇਆ ਹੈ। ਜਿਹੜੀ ਵੀ ਸਪਲਾਈ ਹੁੰਦੀ ਹੈ, ਇਲੀਗਲ ਤਸਕਰੀ ਹੁੰਦੀ ਹੈ, ਵੈਪਨ ਦੀ ਤਸਕਰੀ ਹੁੰਦੀ ਹੈ, ਡਰੱਗਸ ਦੀ ਤਸਕਰੀ ਹੁੰਦੀ ਹੈ, ਗ੍ਰੇਨੇਡ ਦੀ ਤਸਕਰੀ ਹੁੰਦੀ ਹੈ, ਡੈਟੋਨੇਟਰ ਜਾਂ RDX ਦੀ ਜਿਹੜੀ ਤਸਕਰੀ ਹੁੰਦੀ ਹੈ, ਸਾਰੇ ਜਿਹੜੇ ਹੈਗੇ ਕ੍ਰਾਸ ਬਾਰਡਰ ਕਰਾਉਂਦੇ ਆ ਔਰ ਉਸ ਤੋਂ ਬਾਅਦ ਵੱਖ-ਵੱਖ ਜਿਹੜੇ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ। ਇੱਕ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣਾ ਸੀਗਾ, ਲੇਕਿਨ ਇਹ ਜਿਹੜਾ ਐਸੋਸੀਏਟ ਹੈ ਇਹਨੂੰ ਗ੍ਰਿਫਤਾਰ ਕਰ ਲਿਆ। ਤੇ ਇੱਕ ਹੋਰ ਜਿਹੜੀ ਗੱਲ ਪੁਲਿਸ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਇਹਦੇ ਕੋਲੋਂ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਇਹਦੇ ਕੋਲੋਂ ਪੁੱਛਗਿੱਛ 'ਚ ਨਿਕਲ ਕਰ ਸਾਹਮਣੇ ਆ ਰਹੀ ਹੈ ਕਿ ਹੋਰ ਵੀ ਕਿਹੜੇ ਐਸੋਸੀਏਟਸ ਕਿੱਥੇ ਤਸਕਰੀ ਕਰ ਰਹੇ ਹੈ, ਕਿੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਕਿਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇੱਕ ਅਹਿਮ ਗੱਲ ਇਹਦੇ ਵਿੱਚ ਇਹ ਹੈਗੀ ਗਗਨ ਕਿ ਟਾਰਗੇਟ ਕੀਤਾ ਜਾ ਰਿਹਾ ਹੈ, ਟਾਰਗੇਟ ਕਿਹਨੂੰ ਕੀਤਾ ਜਾ ਰਿਹਾ ਹੈ, ਇਹ ਵੀ ਹੁਣ ਖੁਲਾਸਾ ਜਿਹੜਾ ਹੈ ਇਹ ਜਿਹੜਾ ਫੜਿਆ ਗਿਆ ਹੈ ਯੋਗੀ ਇਹ ਹੁਣ ਕਰੂਗਾ ਕਿ ਟਾਰਗੇਟ ਕਿਹਨੂੰ ਕਰਨਾ ਸੀਗਾ, ਕਿਹਨੂੰ। ਕਿਉਂਕਿ ਜਦ ਅੰਮ੍ਰਿਤਸਰ IED ਮਾਮਲਾ ਹੋਇਆ ਸੀਗਾ, ਜਦ ਜਿਹੜਾ ਦਿਲਬਾਗ ਸਿੰਘ ਹੈ ਉਹਦੇ ਗੱਡੀ ਤੇ ਇੰਪਲਾਂਟ ਕੀਤਾ ਸੀਗਾ ਬਲੈਰੋ ਗੱਡੀ ਤੇ, ਉਹਦੇ ਵਿੱਚ ਵੀ ਕਿਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈ ਸੀ ਕਿ ਕਿਸ ਤਰ੍ਹਾਂ ਇਹ ਵਿਦੇਸ਼ 'ਚ ਬਹਿ ਕੇ ਸਾਰੇ ਜਿਹੜੇ ਹੈਗੇ ਲੰਡਾ ਜਾਂ ਫਿਰ ਜਿਹੜਾ ਆਤੰਕੀ ਰਿੰਦਾ, ਕਿਉਂਕਿ ਜਦ ਇਹ ਫੜੇ ਗਏ ਸੀਗੇ ਯੋਗੇਸ਼ ਤੇ ਦੀਪਕ, ਜਦ ਅਨਮੋਲ ਦੀ ਫੜਿਆ ਗਿਆ ਸੀਗਾ ਉਹਨੇ ਦੱਸਿਆ ਸੀਗਾ ਤੇ ਦੀਪਕ ਤੇ ਯਸ਼ ਜਿਹੜੇ ਹੈ ਜਦੋਂ ਇੰਪਲਾਂਟ ਕਰਕੇ ਗਏ ਤੇ ਲਗਾਤਾਰ ਉਸ ਵੇਲੇ ਵੀ ਰਿੰਦਾ ਦੇ ਨਾਲ ਗੱਲ ਕਰ ਰਹੇ ਸੀਗੇ ਤੇ ਲੰਡਾ ਨੇ ਇਹਨਾਂ ਨੂੰ ਪੂਰੀ ਚੀਜ਼ਾਂ ਪ੍ਰੋਵਾਈਡ ਕਰਾਈ ਸੀ। ਯਾਨੀ ਕਿ ਰਿੰਦਾ ਤੇ ਲਖਬੀਰ ਸਿੰਘ ਲੰਡਾ ਇਹ ਦੋਵੇਂ ਕਿਸ ਤਰ੍ਹਾਂ ਸਾਜ਼ਿਸ਼ ਰਚ ਰਹੇ ਨੇ, ਕਿਸ ਤਰ੍ਹਾਂ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਇਸ ਕਰਕੇ ਇਹਨਾਂ ਨੂੰ ਜਿਹੜੇ ਐਸੋਸੀਏਟਸ ਨੇ, ਨੌਜਵਾਨ ਨੇ, ਉਹਨਾਂ ਨੂੰ ਲਾਲਚ ਦਿੰਦੇ ਆ, ਉਹਨਾਂ ਨੂੰ ਲਾਲਚ ਦੇ ਕੇ ਇਸ ਤਰ੍ਹਾਂ ਦੀ ਤਸਕਰੀ ਕਰਾਉਂਦੇ ਆ, ਕਿਉਂਕਿ ਇੱਕ ਬੰਦਾ ਨਹੀਂ ਕਰਦਾ ਇਹ ਸਾਰੇ ਕੰਮ, ਇਹ ਸਾਰਾ ਡਿਵਾਈਡ ਕੀਤਾ ਹੋਇਆ। ਇਹ ਸਮਝਣ ਵਾਲੀ ਗੱਲ ਹੈ ਕਿਸ ਤਰ੍ਹਾਂ ਇਹਨਾਂ ਦੀ ਮੋਡਸ ਆਪਰੈਂਡੀ ਕਿਸ ਤਰ੍ਹਾਂ ਦੀ ਹੈ। ਇਹ ਸਾਰੇ ਜਿਹੜੇ ਹੈਗੇ ਵੱਖ-ਵੱਖ ਜਿਹੜੇ ਨੌਜਵਾਨ ਨੇ ਉਹਨਾਂ ਤੋਂ ਕੰਮ ਕਰਾਉਂਦੇ, ਯਾਨੀ ਕਿ ਇੱਕ ਦਾ ਕੰਮ ਹੋ ਗਿਆ ਕਿ ਤੁਸੀਂ ਕ੍ਰਾਸ ਬਾਰਡਰ ਤੋਂ ਲੈ ਕੇ ਆਪਣੇ ਘਰ 'ਚ ਰੱਖਣਾ ਹੈ, ਉਸ ਤੋਂ ਬਾਅਦ ਦੂਜਾ ਬੰਦਾ ਆਏਗਾ ਉਹ ਤੁਹਾਡੇ ਤੋਂ ਲੈ ਕੇ ਜਾਏਗਾ, ਉਹ ਕਿੱਥੇ ਜਾਣੀ ਹੈ ਲੈ ਕੇ ਸਪਲਾਈ ਕਰਨੀ ਹੈ, ਫਿਰ ਉਹ ਤੀਜੇ ਬੰਦੇ ਨੂੰ ਦੇਗਾ, ਫਿਰ ਤੀਜਾ ਬੰਦਾ ਜਾ ਕੇ ਉੱਥੇ ਇੰਪਲਾਂਟ ਕਰੇਗਾ ਜਿੱਥੇ ਵੀ ਸਾਜ਼ਿਸ਼ ਨੂੰ ਅੰਜਾਮ ਦੇਣਾ ਹੈ, ਵਾਰਦਾਤ ਨੂੰ ਅੰਜਾਮ ਦੇਣਾ ਹੈ, ਉਸ ਤੋਂ ਬਾਅਦ ਇੰਪਲਾਂਟ ਕਰਕੇ ਉਹ ਬੰਦਾ ਆ ਜਾਏਗਾ, ਫਿਰ ਚੌਥਾ ਬੰਦਾ ਜਾ ਕੇ ਉਸ ਪੂਰੀ ਸਾਜ਼ਿਸ਼ ਨੂੰ ਅੰਜਾਮ ਦੇਗਾ। ਯਾਨੀ ਕਿ ਇੱਕ ਕਰਕੇ ਇੱਕ ਬੰਦਾ ਨਹੀਂ ਕਰਦਾ, ਇੱਕ ਨੂੰ ਕੰਮ ਸੌਂਪਿਆ, ਦੂਜੇ ਨੂੰ ਕੀਤਾ, ਡਿਵਾਈਡ ਕਰਨਾ, ਯਾਨੀ ਕਿ ਇੱਕ ਨੇ ਕੀਤਾ ਤਸਕਰੀ, ਦੂਜੇ ਨੇ ਕੀਤਾ ਫਿਰ ਅੱਗੇ ਪਹੁੰਚਾਉਣਾ, ਸਪਲਾਈ ਕਰਨਾ, ਤੀਜੇ ਨੇ ਫਿਰ ਕਿਹੜੇ ਸਟੇਟ 'ਚ ਕਰਨਾ ਹੈ, ਫਿਰ ਚੌਥੇ ਨੇ। ਇਹ ਸਾਰੀ ਜਿਹੜੀ ਚੀਜ਼ਾਂ ਨੂੰ ਅੰਜਾਮ ਦੇਣ ਵਾਸਤੇ ਇੱਕ ਪੂਰੀ ਜਿਹੜੀ ਟੀਮ ਹੈ ਉਹ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਲਾਲਚ ਦਿੱਤਾ ਜਾ ਰਿਹਾ ਨੌਜਵਾਨਾਂ ਨੂੰ, ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਉਹਨਾਂ ਨੂੰ ਨੌਜਵਾਨਾਂ ਨੂੰ ਲਾਲਚ ਦਿੰਦਾ ਹੈ। ਹਾਲਾਂਕਿ ਇਹ ਜਿਹੜਾ ਐਸੋਸੀਏਟ ਫੜਿਆ ਗਿਆ ਹੈ ਇਹ ਕਾਫੀ ਟਾਈਮ ਤੋਂ ਇਸ ਤਰ੍ਹਾਂ ਦੀ ਤਸਕਰੀ ਜਿਹੜੀ ਕਰ ਰਿਹਾ ਸੀਗਾ ਤੇ ਲਖਬੀਰ ਸਿੰਘ ਲੰਡਾ ਦੇ ਨਾਲ ਲਗਾਤਾਰ ਇਹ ਸੰਪਰਕ ਸੀਗਾ ਤੇ ਉਹਦੇ ਕਹਿਣ ਤੇ ਤਸਕਰੀ ਹੋ ਰਹੀ ਸੀ। 2 ਕਿਲੋ ਹੈਰੋਇਨ ਦੇ ਨਾਲ ਹੋਰ ਵੀ ਜਿਹੜੀ ਚੀਜ਼ਾਂ ਜਿਹੜੀ AK-56 ਗੱਲ ਕਰੀਏ, ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇੰਨੀ ਸਖਤੀ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਤਸਕਰੀ ਇਹ ਕਰਦੇ ਨਜ਼ਰ ਆ ਰਹੇ ਨੇ ਬੜੇ ਬੇਖੌਫ ਤਰੀਕੇ ਨਾਲ। ਲੇਕਿਨ ਪੁਲਿਸ ਨੂੰ ਇੱਕ ਬਹੁਤ ਵੱਡੀ ਲੀਡ ਸੀ, ਅੰਮ੍ਰਿਤਸਰ ਰੂਰਲ ਜਿਹੜੇ SSP ਨੇ ਉਹਨਾਂ ਨੂੰ ਬਹੁਤ ਵੱਡੀ ਲੀਡ ਸੀ। ਉਸ ਤੋਂ ਬਾਅਦ ਇਹ ਪੂਰੀ ਜਿਹੜੀ ਹੈਗੀ ਹੈ ਰਿਕਵਰੀ ਵੀ ਕੀਤੀ, ਉਹਨੂੰ ਕਾਬੂ ਵੀ ਕੀਤਾ ਤੇ ਉਦੋਂ ਬਹੁਤ ਵੱਡੇ ਖੁਲਾਸੇ ਜਿਹੜੇ ਹੈ, ਵੱਡੇ ਪੱਧਰ ਤੇ ਖੁਲਾਸੇ ਜਿਹੜੇ ਉਹ ਸਾਹਮਣੇ ਆ ਰਹੇ। ਗगन बहुत बहुत शुक्रिया मनोज इस तमाम जानकारी के लिए। मनोज राठी मेरे सहयोगी जानकारी दे रहे सन और जिस तरीके ये बरामदगी हुई है, जिस तरीके रिकवरी हुई है, इसने पुलिस के लिए एक राह खोला है और उस तो बाद जिहड़ा हैगा होर भी खुलासे आने वाले दिनों में जदों योगराज दे नाल पुछगिछ कीती जाएगी तो फिर योगराज
ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਵੀ ਪ੍ਰਗਟਾਈ ਜਾ ਰਹੀ ਹੈ।